ਸਾਡੇ ਬੜੇ ਮਹੱਲਾ ਕਲੀਨਿਕ ਬਹੁਤ ਵਧੀਆ, ਤੇ ਫਿਰ ਕਰੋਨਾ ਦੇ ਵਿੱਚ ਸਾਰਾ ਪੰਜਾਬ ਵੱਲ ਨੂੰ ਕਿਉਂ ਭੱਜਿਆ? ਦਿੱਲੀ ਦੇ ਵਿੱਚ ਦਿੱਲੀ ਮਾਡਲ ਦੀ ਬਹੁਤ ਗੱਲਾਂ ਹੁੰਦੀਆਂ। ਦਿੱਲੀ ਮਾਡਲ ਆਖਿਰ ਹੈ ਕੀ ਆ? ਇਹ ਤਾਂ ਕਿਸੇ ਨੇ ਉਹਦੀ ਜਾਣਕਾਰੀ ਬਾਰੇ ਕੋਈ ਅੱਗੇ ਤੱਕ ਪਹੁੰਚ ਨਹੀਂ ਪਾਉਂਦੇ। ਐਜੂਕੇਸ਼ਨ 'ਚ ਪਹਿਲੇ ਨੰਬਰ ਤੇ ਜਦੋਂ ਪੰਜਾਬ ਆਉਂਦਾ ਉਦੋਂ ਇਹਨਾਂ ਨੂੰ ਤਕਲੀਫ ਹੋ ਜਾਂਦੀ ਦਿੱਲੀ ਵਾਲਿਆਂ ਨੂੰ। ਸਵਾਲਾਂ ਦਾ ਵੀ ਜਵਾਬ ਦੇਵਾਂਗੇ, ਲੇਕਿਨ ਸਾਡਾ ਇਹ ਵੀ ਫਰਜ਼ ਬਣਦਾ ਜਿਹੜਾ ਸ਼ਰੇਆਮ ਝੂਠ ਤੂਫਾਨ ਚੱਲ ਰਿਹਾ ਉਹਨੂੰ ਕਿਸੇ ਤਰ੍ਹਾਂ ਤਾਂ ਬੇਨਕਾਬ ਕਰੀਏ। ਔਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਦਿੱਲੀ ਮਾਡਲ ਵਰਸਸ ਪੰਜਾਬ ਮਾਡਲ। ਕੀ ਪੰਜਾਬ ਨੂੰ ਦਿੱਲੀ ਮਾਡਲ ਚਾਹੀਦਾ? ਕੀ ਪੰਜਾਬ ਨੂੰ ਦਿੱਲੀ ਦੇ ਵਿੱਚ ਜੋ ਹੋ ਰਿਹਾ ਉਹੀ ਚਾਹੀਦਾ? ਵੀ ਹਰ ਲੀਡਰ ਤੋਂ, ਹਰ ਵੱਖਰੇ ਮਿਨਿਸਟਰਸ ਤੋਂ, ਹਰ ਕਾਲਜਸ ਦੇ ਵਿੱਚ, ਐਜੂਕੇਸ਼ਨ ਇੰਸਟੀਟਿਊਟਸ ਦੇ ਵਿੱਚ, ਬੱਚਿਆਂ ਦੇ ਵਿੱਚ, ਫਸਟ ਟਾਈਮ ਵੋਟਰਸ ਦੇ ਵਿੱਚ, ਨੌਜਵਾਨਾਂ ਵਿੱਚ ਜਾ ਕੇ ਉਹਨਾਂ ਦੇ ਸਵਾਲ ਜਿਵੇਂ ਤੁਸੀਂ ਪੁੱਛਦੇ ਹੋ ਉਹਨਾਂ ਤੋਂ ਸਾਹਮਣੇ ਸ਼ਰੇਆਮ ਕੁਐਸਚਨਿੰਗ ਹੋਊਗੀ। ਕਰਦੇ ਆ ਵੀ ਬਿਨਾਂ ਰਾਜਨੀਤੀ ਤੋਂ ਹਰ ਪਾਰਟੀ ਕਰੇ, ਹਰ ਪਾਰਟੀ ਨੂੰ ਜਾਣਾ ਚਾਹੀਦਾ, ਹਰ ਨੌਜਵਾਨ ਨੂੰ ਪੁੱਛਣਾ ਚਾਹੀਦਾ। ਆਪਾਂ ਦੇਖਦੇ ਹਾਂ ਕਿਸਾਨਾਂ ਨੇ ਵੀ ਅੱਜ ਇਹੀ ਗੱਲ ਕਰ ਰਹੇ ਆ, ਸਵਾਲ ਪੁੱਛੇ ਜਾ, ਸਵਾਲਾਂ ਤੋਂ ਕੋਈ ਨਹੀਂ ਭੱਜ ਰਿਹਾ, ਨਾ ਅਸੀਂ ਡਰਦੇ ਆ ਨਾ ਅਸੀਂ ਅੱਗੇ ਡਰਾਂਗੇ। बहुत ही सत्कारयोग हमारे पूर्व एजुकेशन के मंत्री, साथ नाल ही बैठे साडे इंचार्ज साहब दिल्ली दे, दिल्ली तो आए नाल साडे पंजाब दे इंचार्ज मुकेश जी, नाल साडे दिल्ली दे गौतम सेठ जी भी है पंजाब दे लेकिन दिल्ली च बड़ी देर तो काम कर रहे आ। मेरे नाल बैठे साडे यूथ कांग्रेस के सारे ऑफिस बेयरर्स, वाइस प्रधान साहबान, जिला प्रधान साहबान और खास तौर पर तुसी मीडिया के जिन्ने साथी आए हो। दो चीज़ों पर जिवें मैडम ने तुहानूं गल दसी, मैं उन्होंने शॉर्ट दे विच सिर्फ इन्ना कहना चाहूँगा। एक तो पंजाब का भविख जिहड़ा कैंपेन लॉन्च हो रहा, ये कल्ला कोई कैंपेन नहीं आ, कोई इलैक्शन रिलेटेड तुसी कहोगे भी, क्योंकि ये कैंपेन एक नीति बनाने के उत्ते आ भी ਜਿਹੜੇ ਕਾਨੂੰਨ ਬਣਦੇ ਅੱਜ ਕਾਲੇ ਕਾਨੂੰਨਾਂ ਕਰਕੇ ਤੁਸੀਂ ਵੇਖੋ ਕਿਵੇਂ ਲੋਕਾਂ ਦੇ ਵਿੱਚ ਇੱਕ ਰੋਸ਼ ਹੈਗਾ ਵਾ, ਕਿਉਂਕਿ ਉਹ ਲੋਕਾਂ ਦੇ ਵਿੱਚੋਂ ਨਿਕਲੇ ਹੋਏ ਕਾਨੂੰਨ ਨਹੀਂ ਆ, ਕਾਰਪੋਰੇਟ ਅਦਾਰਿਆਂ ਦੇ ਬਣੇ ਹੋਏ ਕਾਨੂੰਨ ਆ। ਔਂ ਨੌਜਵਾਨਾਂ ਦੇ ਵਾਸਤੇ ਨੀਤੀਆਂ ਕਿਸ ਤਰੀਕੇ ਦੀਆਂ ਹੋਣ, ਕਿਸ ਤਰੀਕੇ ਦੀ ਨੀਤੀ ਹੋਣੀ ਚਾਹੀਦੀ ਆ, ਨੌਜਵਾਨਾਂ ਦੇ ਵਿੱਚ ਜਾ ਕੇ ਸਾਡੇ ਹੋਣਹਾਰ ਮੰਤਰੀ ਔਰ ਸਾਡੇ ਮੁੱਖ ਮੰਤਰੀ ਔਰ ਸਾਡੇ ਪੀਸੀਸੀ ਪ੍ਰਧਾਨ, ਇਹ ਸਾਰਿਆਂ ਨੂੰ ਅਸੀਂ ਨੌਜਵਾਨਾਂ ਦੇ ਵਿੱਚ ਲੈ ਕੇ ਜਾ ਕੇ ਸਵਾਲ ਜਵਾਬ ਇੱਕ ਤਰ੍ਹਾਂ ਤੋਂ ਉਸ ਮੰਚ ਤੇ ਕਰਾਵਾਂਗੇ ਜਿਵੇਂ ਤੁਸੀਂ ਲੋਕ ਪੁੱਛਦੇ ਹੋ। ਅਕਸਰ ਆਪਾਂ ਵੇਖੀਦਾ ਕੋਈ, ਅਸੀਂ ਹਰ ਵਾਰ ਪਹਿਲਾਂ ਵੀ ਕਹੀਦਾ ਕੋਈ ਗੱਲ ਪੰਜਾਬ ਦੀ ਕਰ ਰਿਹਾ, ਕੋਈ ਦਿੱਲੀ ਮਾਡਲ ਦੀ ਕਰ ਰਿਹਾ। ਉਹ ਕਹਿੰਦੇ ਵੀ ਦਿੱਲੀ ਜਿਹੜਾ ਮਾਡਲ ਆ ਉਹ ਇੱਥੇ ਲਾਗੂ ਕਰਾਂਗੇ। ਕੀ ਪੰਜਾਬ ਨੂੰ ਉਹ ਮਾਡਲ ਚਾਹੀਦਾ? ਕੀ ਪੰਜਾਬ ਨੂੰ ਉਹ ਮਾਡਲ ਦੀ ਲੋੜ ਆ? ਮੈਡਮ ਨੇ ਬੜਾ ਚੰਗੇ ਤਰੀਕੇ ਨਾਲ ਦੱਸਿਆ ਵੀ ਦਿੱਲੀ ਦੇ ਹਾਲਾਤ ਕੀ ਆ। ਆਪਾਂ ਵੋਟਾਂ ਨੂੰ ਪੈਰਾਮੀਟਰ ਬਣਾ ਕੇ ਇਹ ਫਾਈਨਲ ਕਰ ਦਈਦਾ ਵੀ ਨਹੀਂ ਦਿੱਲੀ ਸਰਕਾਰ ਬਣ ਗਈ, ਸ਼ਾਇਦ ਲੋਕਾਂ ਨੇ ਦਿੱਲੀ ਮਾਡਲ ਨੂੰ ਪਾਤੀ। ਕੀ ਪਤਾ ਲੋਕਾਂ ਨੇ ਬੀਜੇਪੀ ਹਰਾਨ ਨੂੰ ਉਸ ਸਮੇਂ ਕੀ ਹਾਲਾਤ ਬਣੇ ਹੋਣ। ਲੇਕਿਨ ਅੱਜ ਫੈਕਚੁਅਲ ਗੱਲਾਂ, ਔਰ ਬੜੇ ਦੁੱਖ ਨਾਲ ਗੱਲ ਹੁੰਦਾ, ਕਈ ਮੈਡਮ ਗੋਦੀ ਮੀਡੀਆ ਦੀ ਗੱਲ ਕਰ ਰਹੇ ਸੀ, ਦੇਸ਼ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਵੇਖੀਦਾ ਵੀ ਇੱਕ ਤਰ੍ਹਾਂ ਤੋਂ ਮੀਡੀਆ ਦੇ ਉੱਤੇ ਤੁਸੀਂ ਲੋਕ, ਸਾਨੂੰ ਵੀ ਪਤਾ ਕਿੰਨੀ ਮਿਹਨਤ ਕਰਦੇ ਹੋ, ਸਾਰਾ ਦਿਨ ਭੱਜ ਨੱਸ ਕਰਦੇ ਹੋ, ਲੇਕਿਨ ਕਿਉਂਕਿ ਕਾਰਪੋਰੇਟ ਅਦਾਰਿਆਂ ਦੇ ਵਿੱਚ ਕਈ ਵਾਰ ਚੈਨਲਾਂ ਦੇ ਵਿੱਚ ਮਜਬੂਰੀਆਂ ਹੁੰਦੀਆਂ ਔਰ ਗੱਲਾਂ ਦਬਾਈਆਂ ਜਾਂਦੀਆਂ। ਪੰਜਾਬ ਦੇ ਵਿੱਚ ਵੀ ਅਸੀਂ ਇਹ ਮਹਿਸੂਸ ਕਰੀਦਾ ਦਿੱਲੀ ਮਾਡਲ ਨੂੰ ਇੰਨਾ ਖੂਬਸੂਰਤੀ ਨਾਲ ਪੇਸ਼ ਕਰਦੇ ਵੀ ਦਿੱਲੀ ਮਾਡਲ ਨੂੰ ਜਿਵੇਂ 5 ਸਟਾਰ ਗਰੰਟੀ ਹੋ ਗਈ ਆ। ਹੈ ਕੀ ਆ ਦਿੱਲੀ ਮਾਡਲ? ਕੀ ਸਕੂਲ ਖੁੱਲ੍ਹੇ, ਕੀ ਹਸਪਤਾਲਾਂ ਦੇ ਹਾਲਾਤ? ਉਹ ਕਹਿ ਦਿੰਦੇ ਵੀ ਸਾਡੇ ਬੜੇ ਮਹੱਲਾ ਕਲੀਨਿਕ ਬਹੁਤ ਵਧੀਆ, ਤੇ ਫਿਰ ਕਰੋਨਾ ਦੇ ਵਿੱਚ ਸਾਰਾ ਪੰਜਾਬ ਵੱਲ ਨੂੰ ਕਿਉਂ ਭੱਜਿਆ ਦਿੱਲੀ? ਇਹ ਗੱਲਾਂ ਵਾ ਜਿਨ੍ਹਾਂ ਨੂੰ ਅਸੀਂ ਲੋਕਾਂ ਦੇ ਵਿੱਚ ਉਜਾਗਰ ਕਰਨਾ ਚਾਹੁੰਦੇ ਹਾਂ, ਕਿਉਂਕਿ ਮੈਂ ਵੇਖਦਾ ਵੀ ਮੀਡੀਆ ਦੇ ਵਿੱਚ ਦਿੱਲੀ ਮਾਡਲ ਦੀ ਬਹੁਤ ਗੱਲਾਂ ਹੁੰਦੀਆਂ। ਦਿੱਲੀ ਮਾਡਲ ਆਖਿਰ ਹੈ ਕੀ ਆ? ਇਹ ਤਾਂ ਕਿਸੇ ਨੇ ਉਹਦੀ ਜਾਣਕਾਰੀ ਬਾਰੇ ਕੋਈ ਅੱਗੇ ਤੱਕ ਪਹੁੰਚ ਨਹੀਂ ਪਾਉਂਦੇ। ਔਰ ਖਾਸ ਤੌਰ 'ਤੇ ਦੁੱਖ ਨਾਲ ਕਹਿਣਾ ਪੈਂਦਾ ਕਈ ਵਾਰ ਮੀਡੀਆ ਦੇ ਵਿੱਚ ਵੀ, ਕਿਉਂਕਿ ਆਪਾਂ ਪੰਜਾਬ 'ਚ ਬੈਠੇ ਹਾਂ, ਦਿੱਲੀ ਵਾਲੇ ਮੀਡੀਆ ਨੇ ਕਦੀ ਦਿੱਲੀ ਮਾਡਲ ਦੇ ਉੱਤੇ ਸ਼ਾਇਦ ਨਹੀਂ ਗੱਲ ਕੀਤੀ, ਆਪਣੇ ਪੰਜਾਬ ਵਾਲੇ ਤਾਂ ਉੱਥੇ ਨਹੀਂ ਪਹੁੰਚ ਸਕੇ। ਤੁਸੀਂ ਪੰਜਾਬ 'ਚ ਬੈਠੇ ਸਰਕਾਰ ਤੋਂ ਵੀ ਸਵਾਲ ਪੁੱਛਦੇ ਹੋ, ਸਾਰਿਆਂ ਤੋਂ ਸਵਾਲ ਪੁੱਛਦੇ ਹੋ, ਸੜਕਾਂ ਤੋਂ ਲੈ ਕੇ ਡੂੰਘਾਈ ਦੇ ਵਿੱਚ ਜਾਂਦੇ ਹੋ, ਲੇਕਿਨ ਪੰਜਾਬ ਦਾ ਜਰਨਲਿਸਟ ਸ਼ਾਇਦ ਮੇਰੇ ਹਿਸਾਬ ਨਾਲ ਕਈ ਵਾਰ ਆਪਾਂ ਨੂੰ ਵੀ ਵੇਖਣਾ ਚਾਹੀਦਾ ਵੀ ਜਾ ਕੇ ਦਿੱਲੀ ਦੇ ਹਾਲਾਤ ਤਾਂ ਵੇਖੀਏ, ਕਿੱਥੇ ਦਿੱਲੀ ਖੜੀ ਆ। ਐਜੂਕੇਸ਼ਨ 'ਚ ਪਹਿਲੇ ਨੰਬਰ 'ਤੇ ਜਦੋਂ ਪੰਜਾਬ ਆਉਂਦਾ ਉਦੋਂ ਇਹਨਾਂ ਨੂੰ ਤਕਲੀਫ ਹੋ ਜਾਂਦੀ ਦਿੱਲੀ ਵਾਲਿਆਂ ਨੂੰ।
ਕਰੋਨਾ ਦੇ ਵਿੱਚ ਇਹਨਾਂ ਦੇ ਹਸਪਤਾਲਾਂ ਦਾ ਬੁਰਾ ਹਾਲ ਹੋ ਜਾਂਦਾ ਵਾ, ਉਦੋਂ ਆਪਾਂ ਦਿੱਲੀ ਮਾਡਲ ਦੀ ਗੱਲ ਨਹੀਂ ਕਰਦੇ। ਮੈਡਮ ਫੀਸ ਦੀ ਗੱਲ ਦੱਸ ਰਿਹਾ, ਜੋ ਕਿ ਸਾਡੇ ਵਾਸਤੇ ਵੀ ਨਵੀਂ ਗੱਲ ਆ। ਇਹ ਐਜੂਕੇਸ਼ਨ ਦੀ ਗੱਲ ਕਰਦੇ ਆ, ਫੀਸਾਂ ਦੇ ਕਗਾਰ ਕਿੱਥੇ ਪਹੁੰਚੀ ਹੋਈ ਆ। ਉਸੇ ਤਰੀਕੇ ਨਾਲ ਇਸ ਕਰਕੇ ਅਸੀਂ ਇਹ ਬਾਰ-ਬਾਰ ਇਹ ਗੱਲਾਂ ਕਰ ਰਹੇ ਹਾਂ, ਔਰ ਸ਼ਾਇਦ ਜੋ ਤੁਸੀਂ ਗੱਲਾਂ ਅੱਜ ਇੱਥੇ ਹੋ ਰਹੀਆਂ ਵਾ, ਉਹ ਲੋਕਾਂ ਜਾ ਕੇ ਵੀ ਸਾਡੇ ਬਾਰੇ ਵੀ ਸਵਾਲ ਪੁੱਛੇ ਜਾਣਗੇ। ਅਸੀਂ ਆਪਣੇ ਸਵਾਲਾਂ ਦਾ ਵੀ ਜਵਾਬ ਦੇਵਾਂਗੇ, ਲੇਕਿਨ ਸਾਡਾ ਇਹ ਵੀ ਫਰਜ਼ ਬਣਦਾ ਜਿਹੜਾ ਸ਼ਰੇਆਮ ਝੂਠ ਤੂਫਾਨ ਚੱਲ ਰਿਹਾ ਉਹਨੂੰ ਕਿਸੇ ਤਰ੍ਹਾਂ ਦਾ ਬੇਨਕਾਬ ਕਰੀਏ। ਔਰ ਮੈਂ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ, ਅਸੀਂ ਇਹਨਾਂ ਨੂੰ ਵੀ ਕਹਿੰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਮਾਡਲ ਵਰਸਸ ਪੰਜਾਬ ਮਾਡਲ ਦੀ ਗੱਲ ਹੋਊਗੀ। ਇਹ ਇਲੈਕਸ਼ਨ ਹੋਊਗਾ ਦਿੱਲੀ ਮਾਡਲ ਵਰਸਸ ਪੰਜਾਬ ਮਾਡਲ। ਕੀ ਪੰਜਾਬ ਨੂੰ ਦਿੱਲੀ ਮਾਡਲ ਚਾਹੀਦਾ? ਕੀ ਪੰਜਾਬ ਨੂੰ ਦਿੱਲੀ ਦੇ ਵਿੱਚ ਜੋ ਹੋ ਰਿਹਾ ਉਹੀ ਚਾਹੀਦਾ? ਇਹ ਵੱਡੇ ਸਵਾਲ ਆ ਜਿਨ੍ਹਾਂ ਦੇ ਉੱਤੇ ਖੜਾ ਕਰਾਂਗੇ। ਨਾਲੇ ਹੁਣ ਅਸੀਂ ਆਪਣੇ ਪ੍ਰੋਗਰਾਮ ਬਾਰੇ ਇੰਨਾ ਜ਼ਰੂਰ ਦੱਸਣਾ ਚਾਹਾਂਗੇ ਵੀ ਜਿਵੇਂ ਗੌਤਮ ਜੀ ਇਹਦੇ ਬਾਰੇ ਡਿਟੇਲ 'ਚ ਹੋਰ ਵੀ ਦੱਸ ਸਕਦੇ ਆ, ਲੇਕਿਨ ਇੱਕ ਇੰਨੀ ਕੁ ਜ਼ਰੂਰ ਦੱਸਾਂਗੇ ਵੀ ਹਰ ਲੀਡਰ ਤੋਂ, ਹਰ ਵੱਖਰੇ ਵੱਖਰੇ ਮਿਨਿਸਟਰਸ ਤੋਂ, ਹਰ ਕਾਲਜਸ ਦੇ ਵਿੱਚ, ਐਜੂਕੇਸ਼ਨ ਇੰਸਟੀਟਿਊਟਸ ਦੇ ਵਿੱਚ, ਬੱਚਿਆਂ ਦੇ ਵਿੱਚ, ਫਸਟ ਟਾਈਮ ਵੋਟਰਸ ਦੇ ਵਿੱਚ, ਨੌਜਵਾਨਾਂ ਵਿੱਚ ਜਾ ਕੇ ਉਹਨਾਂ ਦੇ ਸਵਾਲ ਜਿਵੇਂ ਤੁਸੀਂ ਪੁੱਛਦੇ ਹੋ ਉਹਨਾਂ ਤੋਂ ਸਾਹਮਣੇ ਸ਼ਰੇਆਮ ਕੁਐਸਚਨਿੰਗ ਹੋਊਗੀ, ਆਨਸਰ ਹੋਣਗੇ। ਔਰ ਇਹ ਕੋਈ ਐ ਨਹੀਂ ਆ ਵੀ ਆਪਣਾ ਕੀ ਕਹਿੰਦੇ ਅਸੀਂ ਕੋਈ ਪਾਰਟੀ ਦੇ ਬੈਨਰ ਦੇ ਥੱਲੇ ਭੀੜ ਇਕੱਠੀ ਕਰਾਂਗੇ। ਇਹ ਕਾਲਜਸ ਔਰ ਯੂਨੀਵਰਸਿਟੀਜ਼ ਵਿੱਚ ਜਾ ਕੇ ਇੱਕ ਓਪਨ ਫੋਰਮ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ, ਔਰ ਉੱਥੇ ਇੱਕ ਉਮੀਦ ਕਰਦੇ ਹਾਂ ਵੀ ਬਿਨਾਂ ਰਾਜਨੀਤੀ ਤੋਂ ਹਰ ਪਾਰਟੀ ਕਰੇ, ਹਰ ਪਾਰਟੀ ਨੂੰ ਜਾਣਾ ਚਾਹੀਦਾ, ਹਰ ਨੌਜਵਾਨ ਨੂੰ ਪੁੱਛਣਾ ਚਾਹੀਦਾ। ਆਪਾਂ ਵੇਖਦੇ ਹਾਂ ਕਿਸਾਨਾਂ ਨੇ ਵੀ ਅੱਜ ਇਹੀ ਗੱਲ ਕਰ ਰਹੇ ਆ, ਸਵਾਲ ਪੁੱਛੇ ਜਾਣ। ਸਵਾਲਾਂ ਤੋਂ ਕੋਈ ਨਹੀਂ ਭੱਜ ਰਿਹਾ, ਨਾ ਅਸੀਂ ਡਰਦੇ ਹਾਂ, ਨਾ ਅਸੀਂ ਅੱਗੇ ਡਰਾਂਗੇ, ਔਰ ਨਾ ਕਦੀ ਇਸ ਚੀਜ਼ ਤੋਂ ਭੱਜਣ ਵਾਲੇ ਆ। ਲੇਕਿਨ ਇੱਕ ਚੰਗੇ ਮਾਹੌਲ ਦੇ ਵਿੱਚ ਗੱਲ ਹੋਣੀ ਬਹੁਤ ਜ਼ਰੂਰੀ ਆ। ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੰਨੇ ਸਾਡੇ ਮੰਤਰੀ ਆ, ਪ੍ਰਗਟ ਸਿੰਘ ਜੀ ਤੋਂ ਕੱਲ੍ਹ ਸ਼ੁਰੂਆਤ ਹੋ ਰਹੀ ਆ। ਪ੍ਰਗਟ ਸਿੰਘ ਜੀ ਐਜੂਕੇਸ਼ਨ ਦੇ ਮਿਨਿਸਟਰ ਆ, ਇਸ ਮੁੱਦਿਆਂ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਸਮਝ ਰੱਖਦੇ ਆ। ਮੈਡਮ ਦੇ ਨਾਲ ਕੱਲ੍ਹ ਉਹ ਲੁਧਿਆਣਾ ਦੇ ਵਿੱਚ ਆਪਣਾ ਪਹਿਲਾ ਜਿਹੜਾ ਇਹ ਪ੍ਰੋਗਰਾਮ ਆ ਉੱਥੇ ਇਹ ਸ਼ੁਰੂਆਤ ਕਰਾਂਗੇ। ਔਰ ਐਵੇਂ ਹੀ ਅਗਲੇ ਰਾਜਾ ਵੜਿੰਗ ਜੀ ਆ, ਉਸ ਤੋਂ ਬਾਅਦ ਕੁਲਜੀਤ ਨਾਗਰਾ ਜੀ ਆ, ਉਸ ਤੋਂ ਬਾਅਦ ਭਰਤ ਭੂਸ਼ਣ ਆਸ਼ੂ ਜੀ ਆ, ਉਸ ਤੋਂ ਬਾਅਦ ਐਂ ਕਰਕੇ ਜਿੰਨੇ ਸਾਡੇ ਮੰਤਰੀ ਆ, ਤਕਰੀਬਨ ਜਿਹੜੇ ਯੰਗਸਟਰਸ ਨਾਲ ਮੈਂ ਇਹ ਸਮਝਦਾ ਬਿਹਤਰ ਤਾਲਮੇਲ ਕਰ ਸਕਦੇ ਆ, ਜਿਨ੍ਹਾਂ ਦੇ ਡਿਪਾਰਟਮੈਂਟਸ ਯੰਗਸਟਰਸ ਦਾ ਬਹੁਤ ਆ, ਮਨਪ੍ਰੀਤ ਬਾਦਲ ਜੀ ਆ। ਐਂ ਕਰਕੇ ਹਰ ਮਿਨਿਸਟਰ ਤੋਂ ਵੱਖਰੀ ਜਗ੍ਹਾ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਾਵਾਂਗੇ। ਔਰ ਅਖੀਰ ਦੇ ਵਿੱਚ ਜਦੋਂ ਸਮਾਂ ਆਊਗਾ, ਜਦੋਂ ਸਾਰੀਆਂ ਨੀਤੀਆਂ ਦੇ ਬਣਾਂਗੇ, ਫਿਰ ਮੁੱਖ ਮੰਤਰੀ ਸਾਹਿਬ ਨੂੰ ਔਰ PCC ਪ੍ਰਧਾਨ ਨੂੰ ਲੋਕਾਂ ਦੇ ਵਿੱਚ ਜਾ ਕੇ ਉਹ ਨੀਤੀਆਂ ਦੇ ਉੱਤੇ ਜੋ ਸਾਡੇ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਹੋਣਗੀਆਂ ਜਾਂ ਜੋ ਲੋਕਾਂ ਦੇ ਸੁਝਾਅ ਹੋਣਗੇ ਉਹ ਲਿਆ ਕੇ ਉਹਦੇ ਉੱਤੇ ਇੱਕ ਪ੍ਰੋਗਰਾਮ ਉਸ ਤਰੀਕੇ ਨਾਲ ਉਲੀਕਾਂਗੇ। ਸੋ ਇਹ ਸਾਡਾ ਇੱਕ ਓਵਰਆਲ ਇਹ ਢਾਂਚਾ ਵਾ, ਔਰ ਜਿਹਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਦਿੱਲੀ ਮਾਡਲ ਤੋਂ ਲੈ ਕੇ ਪੰਜਾਬ ਮਾਡਲ ਦੀ ਗੱਲ ਹੋਵੇ। ਗੱਲ ਪੰਜਾਬ ਦੀ ਕਰਨ ਵਾਲਿਆਂ ਤੋਂ 10 ਸਾਲਾਂ ਦੇ ਸਵਾਲ ਪੁੱਛੇ ਜਾਣ, ਉਹ ਅਗਲੀ ਤਾਂ ਗੱਲ ਕਰਦੇ ਆ, ਉਹਨਾਂ ਤੋਂ ਪੁੱਛੋ ਪਿਛਲੇ 10 ਸਾਲਾਂ ਦਾ ਹਿਸਾਬ ਕਿੰਨੇ ਦੇਣਾ, ਪਿਛਲੀ ਗਰਾਲਾਂ ਨੇ ਕਿੰਨਾ। ਔਰ ਅੱਜ ਮੈਂ ਤੁਹਾਨੂੰ ਇੱਕ ਖਾਸ ਤੌਰ 'ਤੇ ਗੱਲ ਕਹਿਣਾ ਪ੍ਰੈਸ ਵਾਲੇ ਸਾਥੀਆਂ ਨੂੰ, ਅਕਸਰ ਅਸੀਂ ਇੱਥੇ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਆਪਣੇ ਮਿਨਿਸਟਰ ਸਾਹਿਬਾਨ ਨੂੰ ਜਾਂ ਕਿਸੇ ਹੋਰ ਨੂੰ ਵੀ ਲੈ ਆਈਏ, ਲੇਕਿਨ ਫਿਰ ਮੀਡੀਆ ਉਹ BSF ਤੋਂ ਲੈ ਕੇ ਜਿਹੜੀਆਂ ਬਾਕੀ ਮੁੱਦੇ ਆ ਉੱਥੋਂ ਤੱਕ ਸ਼ੁਰੂ ਕਰ ਦਿੰਦੀ, ਔਰ ਮਿਨਿਸਟਰ ਸਾਹਿਬ ਨੂੰ ਵੀ ਜਿਹੜਾ ਸਾਡਾ ਮੁੱਦਾ ਹੁੰਦਾ ਉਹ ਕਿਤੇ ਨਾ ਕਿਤੇ ਤੁਸੀਂ ਡਾਇਲਿਊਟ ਕਰ ਦਿੰਦੇ ਹੋ। ਦੇਖੋ ਸਾਡੀ ਇੰਨੀ ਕੁ ਬੇਨਤੀ ਆ, ਇਹ ਅਸੀਂ ਇਸ ਕਰਕੇ ਗੱਲ ਕਰ ਰਹੇ ਆ, ਔਰ ਇਸੇ ਕਰਕੇ ਅਸੀਂ ਹੋਰ ਕਿਸੇ ਕੁਐਸਚਨਸ ਨੂੰ ਅਸੀਂ ਬੇਨਤੀ ਕਰਾਂਗੇ। ਇਹਨਾਂ ਦੇ ਗੱਲਾਂ ਦੇ ਉੱਤੇ ਅਗਰ ਸੰਖੇਪ 'ਚ ਰੱਖੀਏ, ਅੱਜ ਕਿਸੇ ਨੇ ਕੀ ਕਿਹਾ, ਕਿਸੇ ਨੇ ਉੱਥੇ ਕੀ ਕੀਤਾ, ਕਿਸੇ ਨੇ ਉੱਥੇ ਕੀ ਕੀਤਾ, ਉਹ ਸਾਡੇ ਮਿਨਿਸਟਰ ਵੀ ਕਹਿ ਰਹੇ ਆ, ਸਾਡੇ ਹੋਰ ਲੀਡਰ ਵੀ ਕਹਿ ਰਹੇ ਆ। ਲੇਕਿਨ ਅੱਜ ਅਸੀਂ ਸਿਰਫ ਇਸ ਮੁੱਦੇ ਦੇ ਉੱਤੇ ਸੀਮਤ ਰੱਖ ਕੇ ਗੱਲ ਕਰਨਾ ਚਾਹੁੰਦੇ ਆ, ਔਰ ਤੁਹਾਡਾ ਬਹੁਤ ਸਾਥ ਚਾਹੁੰਦੇ ਆ, ਕਿਉਂਕਿ ਅਕਸਰ ਲਾਸਟ ਵਿੱਚ ਇੰਨਾ ਕਹੂੰਗਾ, ਮੈਂ ਫਿਰ ਬਾਰ-ਬਾਰ ਇਹ ਗੱਲ ਕਰਦਾ, ਘਰ ਵਾਲੀ ਨਾਲ ਲੜਾਈ ਹੋ ਗਈ, ਕਿਸੇ ਨੇ ਕਿਸੇ ਦੇ ਥੱਪੜ ਮਾਰਤਾ, ਕਿਸੇ ਨੇ ਕਿਸੇ ਦੇ ਮੁੱਕਾ ਮਾਰਤਾ, ਕਿਸੇ ਨੇ ਕਿਸੇ ਦਾ ਪੱਗ ਲਾਤੀ, ਔਰ ਕਿਸੇ ਨੇ ਕੁਛ ਉਹ ਕੀਤਾ। ਉਹਨੂੰ ਤੁਸੀਂ ਇਹੋ ਜਿਹੀ ਹੈਡਲਾਈਨ ਬਣਾ ਕੇ ਚਲਾਉਂਦੇ ਜੇ ਜਿਹੜਾ ਰਹਿ ਰੱਬ ਦਾ ਨਾਂ, ਕਿਉਂਕਿ ਮੀਡੀਆ ਦਾ ਟਾਈਮ ਆ, ਮੈਂ ਜਾਣਦਾ ਤੁਹਾਡੀ ਵੀ ਮਜਬੂਰੀਆਂ ਵਾ, ਵਿਊਜ਼ ਦੀ ਵੀ ਮਸਲਾ ਵਾ। ਮੇਰੀ ਇੱਕ ਮਿੰਟ, ਜਦੋਂ ਮੀਡੀਆ ਤੇ ਗੱਲ ਆਉਂਦੀ ਭੜਕ ਜਾਂਦੇ ਤੁਸੀਂ ਕਹਿ ਦਿਓ ਮੇਰੀ ਗੱਲ ਖਤਮ ਹੋ ਲੈਣ ਦਿਓ, ਮੇਰੀ ਗੱਲ ਖਤਮ ਹੋ ਲੈਣ ਦਿਓ। ਮੈਂ ਕਿਹਾ ਮੈਂ ਸਵਾਲ ਸੁਣੂਗਾ, ਮੈਨੂੰ ਪਤਾ ਸੀ ਤਾਂ ਹੀ ਮੈਂ ਅਖੀਰ 'ਚ ਗੱਲ ਕਹੀ ਆ, ਮੇਰੀ ਗੱਲ ਖਤਮ ਹੋ ਲੈਣ। ਮੈਂ ਕਿਹਾ ਬਿਲਕੁਲ ਗੱਲ ਖਤਮ ਹੋ ਲੈਣ ਦਿਓ, ਬਦਨ ਦੀ ਗੱਲ ਖਤਮ ਹੋ ਲੈਣ ਦਿਓ। ਉਸ ਤੋਂ ਬਾਅਦ ਬਿਲਕੁਲ ਐਨ ਓਪਨ ਫੋਰਮ, ਸਵਾਲ ਤੁਹਾਡੇ, ਜਵਾਬ ਸਾਡੇ। ਮੇਰਾ ਕਿਉਂ ਕਹਿਣ ਦਾ ਇਹ ਮਤਲਬ ਆ ਵੀ ਰੱਬ ਦਾ ਵਾਸਤਾ ਅੱਜ ਕਿਤੇ ਪੰਜਾਬ ਦੇ ਭਵਿੱਖ ਦੀ ਨੌਜਵਾਨਾਂ ਨੂੰ ਇੱਕ ਤਰ੍ਹਾਂ ਤੋਂ ਇਸ ਚੀਜ਼ ਨੂੰ ਤੁਸੀਂ, ਠੀਕ ਆ ਮੈਨੂੰ ਵੀ ਪਤਾ ਵੀ ਲੋਕ ਵੀ ਨਹੀਂ ਵੇਖਣਾ ਚਾਹੁੰਦੇ ਇਹ ਚੀਜ਼ ਨੂੰ,
ਤੁਹਾਡੀ ਵੀ ਮਜਬੂਰੀ ਹੈ, ਕਿਉਂਕਿ ਲੋਕ ਵੀ ਸ਼ਾਇਦ ਕਿਤੇ ਨਾ ਕਿਤੇ ਨਿਊਜ਼ ਚੈਨਲਸ ਤੋਂ ਐਂਟਰਟੇਨਮੈਂਟ ਭਾਲਣ ਲੱਗ ਪਏ ਆ, ਔਰ ਉਹ ਐਂਟਰਟੇਨਮੈਂਟ ਕਿਤੇ, ਲੇਕਿਨ ਮੈਂ ਇਸ ਕਰਕੇ ਗੱਲ ਕਰ ਰਿਹਾ, ਮੁੱਦੇ ਪਿੱਛੇ ਰਹਿ ਜਾਂਦੇ ਆ। ਅੱਜ ਲੋੜ ਆ ਨੌਜਵਾਨਾਂ ਨੂੰ ਇਨਫੋਰਮ ਕਰਨ ਦੀ, ਮੁੱਦਿਆਂ ਤੇ ਲਿਆਉਣ ਦੀ। ਨੌਜਵਾਨਾਂ ਨੂੰ ਜੋ ਤੁਸੀਂ ਵਿਖਾਓਗੇ ਨੌਜਵਾਨ ਉਸ ਚੀਜ਼ ਦੇ ਵਿੱਚ ਕਰਨਗੇ। ਮੈਂ ਸਿਰਫ ਇੰਨੀ ਕੁ ਬੇਨਤੀ ਕਰਦਾ ਵੀ ਅਗਰ ਤੁਸੀਂ ਨੌਜਵਾਨਾਂ ਨੂੰ ਕੁਝ 10 ਸੀਰੀਜ਼ ਮੁੱਦਿਆਂ ਦੇ ਉੱਤੇ ਲੈ ਆਓ, ਸ਼ਾਇਦ ਕਿਸੇ ਦੇ, ਕਿਉਂਕਿ ਤੁਹਾਡੇ ਕੋਲ ਸਪੇਸ ਬਹੁਤ ਹੁੰਦੀ ਆ, ਤੁਹਾਡੇ ਕੋਲ ਜਗ੍ਹਾ ਬਹੁਤ ਹੁੰਦੀ ਆ, ਠੀਕ ਆ, ਤੁਸੀਂ ਆਪਣਾ ਸਾਰਾ ਕੁਝ ਚਲਾਉਣਾ ਸਾਨੂੰ ਮਨਜ਼ੂਰ ਆ, ਔਰ ਤੁਹਾਡਾ ਫਰੀडम ਆਫ ਰਾਈਟ ਹੈ, ਫਰੀडम ਆਫ ਐਕਸਪ੍ਰੈਸ਼ਨ ਆ, ਤੁਹਾਡਾ ਹੱਕ ਆ, ਜਿਵੇਂ ਤੁਸੀਂ ਸਾਨੂੰ ਕਹਿ ਸਕਦੇ ਹੋ। ਲੇਕਿਨ ਮੇਰੀ ਇਸ ਕਰਕੇ ਇਹ ਬੇਨਤੀ ਆ ਵੀ ਅਸੀਂ ਇਹ ਮੁੱਦਿਆਂ ਦੀ ਗੱਲ ਨੂੰ, ਤੁਸੀਂ ਮੁੱਦਿਆਂ ਦੇ ਉੱਤੇ ਜਿੰਨੀ ਮਰਜ਼ੀ ਗੱਲ ਕਰੋ, ਮੁੱਦਿਆਂ ਦੇ ਉੱਤੇ ਜਿਵੇਂ ਮੈਂ ਕਈ ਵੇਖਦਾ, ਕਈ ਬਹੁਤ ਸੋਹਣਾ, ਕਈ ਮੁੱਦਿਆਂ ਦੇ ਉੱਤੇ ਗੱਲ ਵੀ ਹੁੰਦੀ ਆ, ਕਈ ਜਗ੍ਹਾ ਉਹ ਵੀ ਚੀਜ਼ਾਂ ਹੁੰਦੀਆਂ, ਲੇਕਿਨ ਇਸ ਗੱਲ ਨੂੰ ਮੈਂ ਫਿਰ ਉਹੀ ਕਹਿੰਦਾ, ਇਸ ਗੱਲ ਨੂੰ ਘੇਰ ਕੇ ਸਾਰੀ ਪ੍ਰੈਸ ਕਾਨਫਰੰਸ ਇੱਥੇ ਸੀਮਤ ਨਹੀਂ ਕਰਨੀ, ਪੰਜਾਬ ਦੇ ਭਵਿੱਖ ਦੀ ਗੱਲ ਕਰਨੀ ਆ, ਔਰ ਇਹੀ ਗੱਲ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਸਾਥ ਤੁਸੀਂ ਸਵਾਲ ਜਵਾਬ ਦੀ ਗੱਲ ਕੀਤੀ ਹੈ, सवाल जवाब बस आपसे इतनी रिक्वेस्ट है कि हम ये कैंपेन लॉन्च कर लें, उसके बाद हम क्वेश्चन आंसर्स आपसे ले लें। मैं करूंगा, बिल्कुल क्वेश्चन आंसर्स लेंगे, कैंपेन लॉन्च करने दीजिए। तानू मेरी आदत पता, मैं बिना सवाल जो है कोई नहीं दूंगा। हाँ जी, एक सवाल जवाब हो जाएंगे, आप हमें कैंपेन लॉन्च करने दीजिए, हम कहीं नहीं जा रहे। करांगे एक कैंपेन मैं इतने ही जी। अब फोटो कर ली हमारे प्रदेश कांग्रेस प्रेसिडेंट का, जस्ट अ मिनट, इस पे थोड़ी डिटेल दे दें, फिर हम फोटो करें। वो करते रहेंगे, वो फोटोग्राफर चल जाएंगे। अच्छा, हाँ बस अब खत्म हो गया तो सवाल ही सवाल। ਅਸੀਂ ਇੱਥੇ ਆ, ਤੁਹਾਨੂੰ ਛੇਤੀ ਪੈਣੀ, ਅਸੀਂ ਤਾਂ ਬੈਠੇ ਰਹਿਣਾ ਆराम ਨਾਲ। देखिए, हमारे पंजाब प्रदेश कांग्रेस के माननीय अध्यक्ष श्री नवजोत सिंह सिद्धू जी, जो हमेशा अपने वक्तव्यों में मुझे सौभाग्य मिला उनके साथ एक कार्यक्रम सोच से सोच की लड़ाई, पूरे देश में हमने 30 के लगभग प्रोग्राम सिद्धू साहब के साथ करे, अलग अलग यूनिवर्सिटीज और कॉलेजेस में गए। ये जो पंजाब दा भविख कैंपेन है, ये उनकी सोच का ही एक रिजल्ट है। सिद्धू साहब कहते हैं दैट इलेक्शंस आर फॉट नॉट फॉर द नेक्स्ट इलेक्शंस बट फॉर द नेक्स्ट जनरेशन। चुनाव अगले चुनाव दे लई नहीं लड़ा जाता, चुनाव अगली पीढ़ी दे लई लड़िया जाता है। हम उस अगली पीढ़ी से आने वाले 1.5 महीने में पंजाब के एक एक जिले में जाकर बातचीत करेंगे, उनके सुझाव लेंगे, पंजाब की यूथ पॉलिसी का निर्माण करने की तरफ धीरे धीरे कदम बढ़ाएंगे। और आपको विश्वास दिलाते हैं कि 15 दिसंबर के बाद इसी फोरम से चीफ मिनिस्टर साहब और पीसीसी लीडर हमारे अध्यक्ष साहब की लीडरशिप में यूथ पॉलिसी को आपके समक्ष प्रस्तुत किया जाएगा। पंजाब के युवा के लिए एक कंक्रीट पॉलिसी जो ये बताएगी कि स्कूल के बाद, कॉलेज के बाद पंजाब में आपका भविष्य क्या है। आखिर क्यों पंजाब के हर युवा को कनाडा भागना पड़े? आखिर क्यों पंजाब का हर युवा अच्छी एजुकेशन के लिए दिल्ली या मुंबई की तरफ देखे? क्यों पंजाब जो इस देश को अन्न खिलाता रहा हमेशा, युवाओं के लिए सेल्फ सफिशिएंट नहीं हो सकता? क्यों नहीं हो सकता? युवाओं से पूछकर उनके सपनों के पंजाब को बनाने का काम, उसके निर्माण का काम, उसकी शुरुआत आज से कर दी गई है। कल प्रगट जी और मैडम जा रहे हैं, जैसा बरिंदर जी ने बताया, और मेरी आपसे दरख्वास्त है कि ये युवाओं के असल मुद्दे हैं, इसको प्लीज कवर करने की गरीमत हम पे कीजिए, थोड़ी कृपा कीजिए, ये असल मुद्दे हैं। थैंक यू। पंजाब का यूथ बाहर जा रहा है, 4.5 साल हो गए कांग्रेस पार्टी की सरकार है,
ਤੁਸੀਂ ਕਿਹੜੀ ਨੀਤੀਆਂ ਲੈ ਕੇ ਆਏ ਨੌਜਵਾਨਾਂ ਲਈ? ਨੌਜਵਾਨ ਅੱਜ ਵੀ ਮੋਹਾਲੀ ਦੇ ਵਿੱਚ ਟੈਂਕੀਆਂ ਤੇ ਚੜੇ ਬੈਠੇ ਨੇ, ਪਹਿਲਾਂ ਪਟਿਆਲੇ ਡਾਂਗਾ ਖਾਂਦੇ ਸੀ, ਹੁਣ ਖਰੜ ਡਾਂਗਾ ਖਾਂਦੇ ਨੇ। ਤੁਸੀਂ ਕੀ ਕਰਦੇ ਹੋ? देखिए हाँ बोलो बोलो आराम नाल एक एक करके दस। ਸਰਕਾਰ ਤੁਹਾਡੀ ਸੀ, ਨਾ ਕਿਸਾਨਾਂ ਨੂੰ ਲੈ ਕੇ ਪਾਲਿਸੀ, ਨਾ ਇੰਡਸਟਰੀ ਨੂੰ ਲੈ ਕੇ ਪਾਲਿਸੀ, ਨਾ ਮਾਈਨਿੰਗ ਨੂੰ ਲੈ ਕੇ ਪਾਲਿਸੀ, ਨਾ ਲਿਕਰ ਨੂੰ ਲੈ ਕੇ ਪਾਲਿਸੀ। ਯੂਥ ਦੀ ਅੱਜ ਤੁਸੀਂ ਗੱਲ ਕੀਤੀ ਤਾਂ ਮੈਂ ਕਹੂੰਗਾ ਯੂਥ ਤੇ ਜਵਾਬ ਦਿਓ। ਹੁਣ ਦਸੰਬਰ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ, ਉਸ ਤੋਂ ਪਹਿਲਾਂ ਸਾਰਾ ਦਸੰਬਰ ਤੋਂ ਬਾਅਦ ਇਹ ਪਾਲਿਸੀ ਆ ਰਹੀ ਹੈ, ਕੀ ਇਹ ਪਾਲਿਸੀ ਅਗਲੀ ਸਰਕਾਰ ਲਈ ਹੈ ਜਾਂ ਵੋਟਾਂ ਲਈ ਹੈ? ਸਾਰਾ ਜਵਾਬ ਦਿਓ। देखिए सीधी सी बात है, 4.5 साल में कुछ काम हुआ और बहुत काम ऐसा था जो नहीं पूरा हो सका, जिसके कारण आपने देखा कि किस तरह नए मुख्यमंत्री साहब भी आए, प्रदेश अध्यक्ष की कमान भी बदली गई। पर ऐसा नहीं है कि काम नहीं हुआ, काम हुआ। मोबाइल फोन कितने बांटे गए, रोजगार मेले कितने कॉलेजेस और यूनिवर्सिटीज में लगाए गए, कितने रोजगार उस समय के एजुकेशन मंत्री सिंगला साहब ने भी जिले जिले में जाकर दिए। और अब भी प्रगट सिंह जी को बने ज्यादा देर नहीं हुई, लेकिन पिछले 3 दिन से अलग अलग जगहों पर जाकर कहीं टीचर्स का प्रदर्शन खत्म करवा रहे हैं तो कहीं जाकर रोजगार की लेटर्स बांट रहे हैं। तो ऐसा नहीं है कि कांग्रेस की सरकार ने काम नहीं किया, कमी रह गई है, मैं इसमें कोई दो राय नहीं ले रहा, लेकिन उस कमी को भी पूरा करेंगे। आप हमें जाने तो दीजिए, हो सकता है कुछ फैसले आपको कोड ऑफ कंडक्ट लगने से पहले ही नजर आ जाए, और जो नहीं पूरा होगा वो अगली सरकार जरूर पूरा करेगी। और अगली सरकार कांग्रेस की आ रही है, चिंतित मत होइए। ਤੁਸੀਂ 2017 ਤੋਂ ਕਿਉਂ ਨਹੀਂ ਗਏ ਲੋਕਾਂ 'ਚ? ਲੋਕ ਉਡੀਕਦੇ ਨੇ ਤੁਹਾਨੂੰ ਕਾਂਗਰਸ ਵਾਲਿਆਂ ਨੂੰ ਕਿ ਆਓ ਸਾਡੇ ਕੋਲ ਸਵਾਲ ਨੇ, ਸਾਡੇ ਸਵਾਲ ਸੁਣੋ। ਹੁਣ ਤੁਸੀਂ ਕਿਉਂ ਜਾ ਰਹੇ ਹੋ? 3 ਮਹੀਨੇ ਰਹਿ गए। देखिए मैं इतना ग्राउंड पर नहीं गया, इस बात को मैं अपनी गलती मान लूंगा। वरिंदर भाई हमेशा ग्राउंड पर रहे हैं, पंजाब के युवा की आवाज आन बान शान बनकर रहे हैं। वरिंदर जी भी आपको रिप्लाई दे देंगे। वरिंदर भाई नहीं, ग्राउंड का क्वेश्चन पूछा है तो वो रिप्लाई करेंगे। मैं सिर्फ इन्ना कहूँगा, जो तुसी कह रहे हो, तुसी हर चीज़ ਨੂੰ 4.5 ਸਾਲ ਦੇ ਔਰ 5 ਸਾਲ ਦੇ ਸਾਈਕਲ ਵਿੱਚ ਬੰਨ੍ਹ ਦਿੰਦੇ ਹੋ। ਪੰਜਾਬ ਦਾ ਨੌਜਵਾਨ ਕਦੋਂ ਬਾਹਰ ਜਾਣਾ ਸ਼ੁਰੂ ਹੋਇਆ? ਪੰਜਾਬ ਦਾ ਨੌਜਵਾਨ 5 ਸਾਲਾਂ ਦੇ ਵਿੱਚ ਪਿਛੜਿਆ ਨਹੀਂ। ਇਹ ਇੱਕ ਜਨਰੇਸ਼ਨਲ ਔਰ ਇੱਕ ਪਾਲਿਸੀ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਕੰਮ ਨਹੀਂ ਹੋਇਆ, ਭਾਵੇਂ ਉਹ ਸਾਡੀ ਸਰਕਾਰ ਸੀ, ਭਾਵੇਂ ਉਹ ਬਗਾਨੀ ਸਰਕਾਰ ਸੀ। ਰਿਜ਼ਲਟ ਆਪਣੇ ਸਾਹਮਣੇ, ਲੇਕਿਨ ਉਸ ਚੀਜ਼ ਨੂੰ ਅਸੀਂ ਛੁਪਾਉਂਦੇ ਅਸੀਂ ਅੱਗੇ ਵੀ ਕੁਛ ਨਾ ਕਰੀਏ। ਇਹ ਕੋਈ ਰਾਜਨੀਤੀ ਨਹੀਂ ਆ। ਅਗਰ ਸਾਡੀਆਂ ਗਲਤੀਆਂ ਹੋਣਗੀਆਂ, ਲੋਕਾਂ ਕੋਲ ਹੱਕ ਹੁੰਦਾ ਵਾ, ਲੋਕਾਂ ਦੇ ਕੋਲ ਵੋਟ ਦਾ ਹੱਕ ਹੁੰਦਾ, ਲੋਕੀ ਬਾਹਰ ਕਰ ਦਿੰਦੇ। ਔਰ ਅਗਰ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਊਗਾ ਵੀ ਨਹੀਂ ਇਹ ਕੁਛ ਪੰਜਾਬ ਦੀ ਭਲਾਈ ਲਈ ਕਰ ਰਿਹਾ, ਤੇ ਲੋਕ ਸਾਨੂੰ ਦੁਬਾਰਾ ਉਸ ਚੀਜ਼ ਨੂੰ ਕਰ ਦੇਣਗੇ। ਔਰ ਖਾਸ ਤੌਰ ਤੇ ਮੈਂ ਇਹ ਕਹੂੰਗਾ ਵੀ ਦਿੱਲੀ 'ਚ ਕੰਮ ਤਾਂ ਨਹੀਂ ਹੋਇਆ, ਲੇਕਿਨ ਲੋਕਾਂ ਨੇ ਇਸ ਵਾਰ ਇੱਕ ਆਮ ਆਦਮੀ ਨੂੰ ਇੱਕ ਹੋਰ ਮੌਕਾ ਦੇ ਦਿੱਤਾ। ਮੈਂ ਇਸ ਕਰਕੇ ਗੱਲ ਕਰ ਰਿਹਾ ਵੀ ਜਿਵੇਂ ਤੁਹਾਡੇ ਸਵਾਲ ਆ, ਉਹ ਹੀ ਸਾਡਾ ਵੀ ਇੱਕ ਟੈਸਟ ਹੁੰਦਾ ਵਾ। 5 ਸਾਲਾਂ ਦੇ ਵਿੱਚ ਹਰ ਵਾਰ ਸਾਈਕਲ ਆਉਂਦਾ, ਵਿੱਚ ਪਾਰਲੀਮੈਂਟ ਵੀ ਆ ਜਾਂਦੀ ਆ, ਜਿੱਥੇ ਅਸੀਂ ਲੋਕਾਂ ਦੀਆਂ ਪਾਲਿਸੀਆਂ ਨੂੰ, ਲੋਕਾਂ ਦੀ ਚੀਜ਼ਾਂ ਨੂੰ, ਤੁਸੀਂ ਕਹਿੰਦੇ ਹੋ ਨੌਜਵਾਨ ਅੱਗੇ ਨਹੀਂ ਬਾਹਰ ਜਾ ਰਹੇ ਆ, ਬਿਲਕੁਲ ਅਸੀਂ ਵੀ ਮੰਨਦੇ ਹਾਂ, ਲੇਕਿਨ ਆਪਾਂ ਉਹ ਵੀ ਵੇਖੀਏ ਵੀ ਇੱਕ ਗੁਰਦਾਸਪੁਰ ਦੀ ਕੁੜੀ ਨੂੰ ਮਾਈਕਰੋਸਾਫਟ ਵਿੱਚ 14 ਲੱਖ ਦਾ ਪੈਕੇਜ ਮਿਲਿਆ। ਆਪਾਂ ਉਹ ਵੀ ਵੇਖੀਏ ਵੀ ਇਸ ਵਾਰ ਆਪਣਾ ਕੀ ਕਹਿੰਦੇ ਜਿਹੜਾ ਇੱਥੇ ਜਿਹੜਾ ਮੇਲਾ ਲੱਗਾ ਸੀ, ਉਹਦੇ 14 ਬੱਚਿਆਂ ਨੂੰ ਬੰਗਲੌਰ ਦੇ ਵਿੱਚ ਇਨਫੋਸਿਸ ਦੇ ਵਿੱਚ ਪਲੇਸਮੈਂਟ ਮਿਲੀ, ਜਿਹੜੀ ਕਿ ਸ਼ਾਇਦ ਪਿਛਲੀ ਸਰਕਾਰ ਨੇ ਨਹੀਂ ਕੀਤੀ। ਇਸ ਕਰਕੇ ਠੀਕ ਆ ਕੰਮ, ਜਿਸ ਲੈਵਲ ਤੇ, ਜਿਸ ਐਕਸੀਲੈਂਟ ਲੈਵਲ ਤੇ ਤੁਸੀਂ ਲੋਕਾਂ ਦੀ ਐਕਸਪੈਕਟੇਸ਼ਨ ਆ, ਔਰ ਬਤੌਰ ਇੱਕ ਚੰਗੇ ਪੱਤਰਕਾਰ ਤੁਸੀਂ ਜਿਹੜੇ ਸਵਾਲ ਹਮੇਸ਼ਾ ਐਕਸਪੈਕਟ ਕਰਦੇ ਹੋ ਵੀ ਉਹ ਕਰਨ, ਅਸੀਂ ਉਸ ਲੈਵਲ ਤੇ ਤੁਹਾਡੀ ਐਕਸਪੈਕਟੇਸ਼ਨਸ ਤੇ ਨਹੀਂ ਉਤਰੇ। ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ, ਤੁਸੀਂ 10 ਸਾਲ ਦੇ ਸਰਕਾਰ ਦੇ ਕੰਪੈਰੀਜ਼ਨ 'ਚ ਕਰ ਲਓ, ਅਕਾਲੀ ਦਲ ਦਾ ਕੰਪੈਰੀਜ਼ਨ ਸਾਡੇ ਨਾਲ ਕਰ ਲਓ। ਆਮ ਆਦਮੀ ਦਾ ਅੱਜ ਇੰਪਲੋਇਮੈਂਟ ਦੀ ਦਰ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਵਾ। ਇਹ ਗੱਲ ਕਰਦੇ ਆ ਰੁਜ਼ਗਾਰ ਦੇਣ ਦੀ, ਪੰਜਾਬ 'ਚ ਆ ਕੇ ਕਿਵੇਂ ਰੁਜ਼ਗਾਰ ਦੇ ਦੇਣਗੇ ਜਦੋਂ ਦਿੱਲੀ 'ਚ ਰੁਜ਼ਗਾਰ ਨਹੀਂ ਦਿੱਤਾ। ਇਹ ਗੱਲ ਕਰਦੇ ਆ ਆਮ ਆਦਮੀ, ਕੰਪੈਰੀਜ਼ਨ ਤਾਂ ਸਰਕਾਰਾਂ ਦੇ ਨਾਲ ਆ ਨਾ। ਸੋ ਇਸ ਕਰਕੇ, ਔਰ ਜਿਹੜੀ ਗੱਲ ਇਹਨਾਂ ਨੇ ਕਹੀ, ਤੁਸੀਂ ਗੱਲ ਕਹਿੰਦੇ ਹੋ ਅਗਰ ਕੰਮ ਦੀ ਗੱਲ ਹੁੰਦੀ ਤੇ ਮੁੱਖ ਮੰਤਰੀ ਬਦਲਣ ਦਾ ਵੀ ਕੋਈ ਕਾਰਨ ਰਿਹਾ? ਪਾਰਟੀ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ। ਇੱਕ ਪਾਰਟੀ ਨੇ ਮਹਿਸੂਸ ਕਰ ਲਿਆ, ਤੁਹਾਨੂੰ ਲੱਗਦਾ 4.5 ਸਾਲ 'ਚ ਜਿਹੜਾ ਨੁਕਸਾਨ ਕਾਂਗਰਸ ਦੀ ਵਜ੍ਹਾ ਕਰਕੇ ਜਾਂ ਕੈਪਟਨ ਅਮਰਿੰਦਰ ਦੀ ਵਜ੍ਹਾ ਕਰਕੇ ਹੋਇਆ, ਕੀ ਉਸ ਦੀ ਭਰਪਾਈ ਤੁਸੀਂ ਕਰ ਪਾਓਗੇ? ਚਾਹੇ ਤੁਸੀਂ ਉਹ ਪਾਰਟੀ ਦਾ ਮੁੱਦਾ ਸੀ, ਚਾਹੇ ਤੁਹਾਡੀ ਸਰਕਾਰ ਦਾ ਮੁੱਦਾ ਸੀ, ਨੁਕਸਾਨ ਤਾਂ ਆਲ ਓਵਰ ਪੰਜਾਬ ਦਾ ਇੱਕ ਆਮ ਬੰਦੇ ਦਾ ਹੋਇਆ ਨਾ। ਜਿਹੜਾ ਰੁਜ਼ਗਾਰ ਇੱਕ ਨੌਜਵਾਨ ਨੂੰ ਮਿਲਣਾ ਚਾਹੀਦਾ ਸੀ 4.5 ਸਾਲ ਤੋਂ, ਜਿਹੜਾ ਘਰੇ ਵਿਹਲਾ ਬੈਠਾ, ਹੁਣ ਟੈਂਕੀਆਂ 'ਤੇ ਜਿਹੜਾ ਬੈਠਾ, ਉਹਦੀ ਜ਼ਿੰਦਗੀ, ਬਹੁਤ ਸਾਰੇ ਬੰਦੇ ਓਵਰੇਜ ਹੋ ਗਏ, ਬਹੁਤ ਸਾਰੇ ਬੰਦੇ ਇਹ ਆ ਜਿਨ੍ਹਾਂ ਦਾ ਵਿਆਹ ਹੋ ਕੇ ਹੋਇਆ, ਤਾਂ ਉਹਨਾਂ ਦੀ ਕੀ ਭਰਪਾਈ ਕਰੋ? ਦੇਖੋ, ਮੈਂ ਫਿਰ ਉਹੀ ਕਹਿੰਦਾ, ਤਕਰੀਬਨ
ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ 18,000 ਦੀਆਂ ਜਿਹੜੀ ਅਫੀਸ਼ੀਅਲ ਫਿਗਰ ਆ, 32,000 ਜਿਹੜੀਆਂ ਪਾਈਪਲਾਈਨ ਵਿੱਚ ਆ, ਔਰ 50,000 ਜਿਹੜੀਆਂ ਸਰਕਾਰ ਪ੍ਰੋਮਿਸ ਕਰਦੀ ਆ। ਕਈ ਬੱਚਿਆਂ ਨੂੰ ਨੌਕਰੀ ਮਿਲੀ ਵੀ, ਪਿਛਲੀ ਸਰਕਾਰ ਦੇ ਕੰਪੈਰੀਜ਼ਨ ਦੇ ਵਿੱਚ ਇਸ ਵਾਰ ਦੇ ਵਿੱਚ ਭਰਤੀ ਜ਼ਿਆਦਾ ਹੋਈ। ਔਰ ਮੈਂ ਇਸ ਕਰਕੇ ਇਹ ਗੱਲ ਕਰ ਰਿਹਾ, ਠੀਕ ਆ ਆਪਣਾ ਤੁਹਾਡੀ ਗੱਲ ਆ, ਬੱਚੇ ਟੈਂਕੀਆਂ ਤੇ ਵੀ ਚੜੇ, ਪਾਲਿਸੀਜ਼ ਦੇ ਵਿੱਚ ਵੀ ਪ੍ਰੋਬਲਮ ਆਈ, ਔਰ ਇਸ ਕਰਕੇ ਮੈਂ ਸ਼ਾਇਦ ਇਹ ਕਹੂੰਗਾ ਵੀ ਚੌਥੇ ਐਜੂਕੇਸ਼ਨ ਮਿਨਿਸਟਰ ਬਦਲ ਦਿੱਤੇ ਗਏ ਆ। ਇਹ ਚੀਜ਼ਾਂ ਵੱਲ ਅਗਰ ਆਪਾਂ ਵੇਖੀਏ, ਪਹਿਲੋਂ ਅਰੁਣਾ ਜੀ ਸੀ। ਆਪਣਾ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਇੱਕ ਚੀਜ਼ ਦਾ ਅਗਰ ਹੱਲ ਨਹੀਂ ਲੱਭ ਰਿਹਾ ਤਾਂ ਉਹਦੇ ਸੋਲੂਸ਼ਨ ਵਾਲੇ ਪਾਸੇ ਨੂੰ ਚੱਲੀਏ। ਔਰ ਤੁਸੀਂ ਇਸ ਗੱਲ ਨੂੰ ਆਪਾਂ ਕਿਉਂ ਨਹੀਂ ਮੰਨਦੇ? ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਨੂੰ 2017 ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ, ਇਲੈਕਸ਼ਨ ਉਹਨਾਂ ਦੇ ਸਿਰ ਦੇ ਉੱਤੇ ਜਿੱਤੀ ਗਈ ਸੀ 2017 ਦੇ ਵਿੱਚ। ਲੇਕਿਨ ਅਸੀਂ ਉਸ ਚੀਜ਼ ਦੀ ਨੁਕਸਾਨ ਅੱਜ ਅੰਦਰ ਨਾ ਅੰਦਰ ਪਾਰਟੀ ਨੂੰ ਤਾਂ ਕਿਤੇ ਨਾ ਕਿਤੇ ਚੱਚਣਾ ਪੈਂਦਾ, ਲੇਕਿਨ ਪੰਜਾਬ ਨੂੰ ਨੁਕਸਾਨ ਨਹੀਂ ਹੋਣ ਦੇ ਸਕਦੇ। ਅੱਜ ਸਾਨੂੰ ਕੈਪਟਨ ਸਾਹਿਬ ਨਾਰਾਜ਼ ਸਾਡੇ ਨਾਲ ਆ, ਉਹ ਪਾਰਟੀ ਦੇ ਨਾਲ ਨਾਰਾਜ਼ ਆ, ਔਰ ਉਹਦੇ ਨਾਲ ਕਿਤੇ ਨਾ ਕਿਤੇ ਉਹ ਇੱਕ ਕਲੈਸ਼ ਵੀ ਬਣਿਆ ਪਿਆ। ਲੇਕਿਨ ਪੰਜਾਬ ਦੇ ਨਾਲ ਅਸੀਂ ਨਾਰਾਜ਼ ਨਹੀਂ ਹੋਣ ਦੇ ਸਕਦੇ ਕਿਸੇ ਨੂੰ। ਇਸੇ ਕਰਕੇ ਐਡਾ ਵੱਡਾ ਫੈਸਲਾ ਲਿੱਤਾ। ਇਸੇ ਕਰਕੇ ਇੱਕ ਕੈਪਟਨ ਸਾਹਿਬ ਦੀ ਜੋ ਇਮੇਜ ਆ, ਤੁਹਾਨੂੰ ਸਾਰਿਆਂ ਨੂੰ ਪਤਾ ਕਿਸ ਤਰੀਕੇ ਦੀ ਨੈਸ਼ਨਲਿਸਟ ਉਹਨਾਂ ਦੀ ਆਪਣੇ ਆਪ ਨੂੰ ਜਿਵੇਂ ਉਹ ਗੱਲ ਕਰ ਰਹੇ ਆ। ਸੋ ਇਹ ਚੀਜ਼ਾਂ ਹੋਈਆਂ ਵਾ, ਔਰ ਪਾਰਟੀ ਦੇ ਤੁਸੀਂ ਇਸ ਗੱਲ ਨੂੰ ਰਾਹੁਲ ਗਾਂਧੀ ਦੀ ਆਪਾਂ ਨੂੰ ਮੰਨਣਾ ਪੈਣਾ ਵਾ। ਰਾਹੁਲ ਗਾਂਧੀ ਭਾਵੇਂ ਠੀਕ ਆ ਸਾਨੂੰ ਇਲੈਕਟੋਰਲ ਸਕਸੈਸ ਨਹੀਂ ਮਿਲਿਆ ਦਿੱਲੀ 'ਚ, ਅਗਰ ਸਾਡੀ ਸਰਕਾਰ ਨਹੀਂ ਆਈ, ਲੇਕਿਨ ਅਗਰ ਕਿਸੇ ਨੇ ਮੁੱਦੇ ਚੱਕੇ ਆ ਤੇ ਰਾਹੁਲ ਜੀ ਨੇ, ਭਾਵੇਂ ਕਿਸਾਨਾਂ ਦੀ ਗੱਲ ਹੋਵੇ, ਭਾਵੇਂ ਬੇਰੁਜ਼ਗਾਰਾਂ ਦੀ ਗੱਲ ਹੋਵੇ, ਅੱਜ ਅਗਰ ਇੰਪਲੋਇਮੈਂਟ ਦਾ ਮੁੱਦਾ ਕੋਈ ਇਕਲੌਤੀ ਪਾਰਟੀ ਚੱਕ ਰਹੀ ਆ ਤੇ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਚੱਕ ਰਹੀ ਆ। ਲੇਕਿਨ ਸਾਡੇ ਕੋਲ ਸੱਤਾ ਨਹੀਂ ਆ। ਜਿੱਥੇ ਸੱਤਾ ਆਉਂਦੀ ਆ ਉੱਥੇ ਅਸੀਂ ਰੁਜ਼ਗਾਰ ਮੇਲੇ ਕਿਹੜੀ ਸਰਕਾਰ ਨੇ ਲਾਏ ਪਿੱਛੇ? ਨਹੀਂ ਲੱਗਦੇ। ओ हेलो भाई जी प्लीज इधर हाँ देखो मैनू पता नहीं तुसी किहड़ी गल कर रहे हो। मेरी एक बार वीडियो की सच्चाई आ लैन दो, फिर आप ये टिप्पणी कर सकांगे। एक बार शुरू जो इंसीडेंट होया वो मंदभागा वा, और वो कैमरे के उत्ते और तस्वीरों के राही चंगा नहीं लगता, और एक चंगी उस चीज़ की शाख नहीं छड्डी जाती। लेकिन साडे पठानकोट के प्रधान बैठे आ, इन्हां दे नज़र च भी कोई फैक्ट्स है। एक बार जो आ जाएंगे फिर मीडिया नाल गल करते। ठीक है जी। नवजोत सिंह सिद्धू की गल कीती है, सरकार दे फॉलो करते हैं। नवजोत सिंह सिद्धू ने मंग की सी, जिहड़े मंत्री चुने गए ने गलत ने, हाई कमांड ने डिनाई करता उसको नवजोत सिंह सिद्धू की बात। ठीक है जी। उस तो बाद वो इस्तीफा दे के करेगा। उस तो बाद हाई कमांड ने उन्होंने साफ तौर पर कहा कि जब काम करना तो ठीक है, नहीं तो नवा प्रधान लाया जाएगा। उस तो बाद उन्होंने वालों एक पोलीटिकल स्टार एक मुख हड़ताल की जाती है। उस तो बाद नवजोत सिंह सिद्धू की शॉर्टिंग हैगी है, जो टिकटा की मांग होगी उस समय फिर भी रौला पान के फिर पार्टी का नुकसान भी होगा। देखिए, आप कह रहे हैं हाई कमांड ने कहा कि काम करना है करिए, नहीं तो घर बैठिए। ये हाई कमांड ने कैमरे पे नहीं कहा, हाई कमांड ने पब्लिक में नहीं कहा। आपके सूत्र क्या कह रहे हैं इस पर हम जवाब दें, ये नेसेसरी नहीं है। हाई कमांड के रिप्रेजेंटेटिव हैं हरीश रावत जी, जिन्होंने साफ कहा कि नवजोत सिद्धू जी पंजाब कांग्रेस के अध्यक्ष हैं, कंटिन्यू करेंगे, और उनके द्वारा उठाया गया एक एक मुद्दा उसका संज्ञान पार्टी ले रही है। तो इसके ऊपर सीनियर लीडरशिप का मामला है, हमें कमेंट नहीं करना चाहिए। लेकिन किसी भी जैसी बातें आप छाप रहे हैं वो आपके सूत्र बता रहे हैं, इट्स नथिंग इज ऑफिशियल। सो अंटिल इट्स नॉट ऑफिशियल वी कैन नॉट कमेंट ऑन। किरण मैम, दिल्ली की बात करें अगर तो 15 साल आपकी सरकार रहती है, उसके बाद आप अभी तक जीरो से आगे नहीं बढ़ते लगातार 2 बार। अगर आपको लगता है कि आप आम आदमी पार्टी सही से काम नहीं कर रही है, तो दिल्ली के लोग उनको क्यों जिता रहे हैं, और कांग्रेस के ऊपर क्यों विश्वास पैदा नहीं हो पा रहा कि कांग्रेस जिसने 15 साल स्टेट में राज किया वो एक सीट तक भी ना पहुंच पाए? उसका कारण जो मेरा अपना विश्लेषण है कि आज के युग में मीडिया एक बहुत आपको प्रजातांत्रिक प्रक्रिया का एक बहुत महत्वपूर्ण हिस्सा है,
पर मीडिया माफ़ करना अभिशाप भी है। और हालत ये है कि जो भी अंग्रेजी में कहावत है, यू पे द पाइपर एंड यू कॉल फॉर द ट्यून। वो जो बीन बजाने वाला है उसको आप पैसे दीजिए, वो बीन बजाता रहेगा। तो ये हमारे टाइम पर अगर एक स्कूल का उद्घाटन होना होता था तो शीला दीक्षित जी कहती थी मैं एक एक स्कूल का विज्ञापन नहीं दूंगी। जिस दिन 4 स्कूल खुलेंगे ऑन रिकॉर्ड, उस दिन हम विज्ञापन देंगे कि ये 4 स्कूल खुले, क्योंकि विज्ञापनों पर हमने नहीं खर्चा। और एहसास हुआ कि झूठा प्रचार इतना चला जिसका हम मीडिया के ज़रिए खंडन नहीं कर सके। महिलाओं के मुद्दे पर जो वो निर्भया का केस था, आपने सुना होगा, पूरे हिंदुस्तान का मुद्दा बन गया था। जबकि हमारी सरकार ने, मैं महिला मंत्री भी रही हूँ, इतने ठोस कदम उठाए थे महिलाओं के मुद्दे पर वो सब फीके पड़ गए, क्योंकि निर्भया केस को इन्होंने बहुत ज़्यादा, और आप भी जानते हैं कि मंच पर कौन कौन था उन दिनों। ना कह सकते हो कि वो बीजेपी का मंच था, ना आप कह सकते हो कि वो आम आदमी का मंच था। तो ये एक तरीका था कि दोनों मिल जाएं इस समय कांग्रेस को बदनाम करने के लिए, और मीडिया ने उनका साथ दिया और वो सफल हुए। अब लोगों को एहसास होने लगा, जब गरीब की पेंशन नहीं आ रही या जो मध्य वर्ग भी है वो सिर्फ टीका उत्सव सुन रहा है। और मैं खुद महसूस करती हूँ एक जनप्रतिनिधि होने के नाते कि हमारे हर चप्पे चप्पे पर, एक मार्केट है तो 9 बिल बोर्ड्स हैं मोदी जी के और 9 ही हैं केजरीवाल जी के। दोनों बात टीकाकरण की कर रहे हैं। एक कह रहा है टीका लगवा लीजिए, दूसरा कह रहे हैं टीका क्यों नहीं लगाया अभी तक, टीका लगाना बहुत ज़रूरी है। राजन जी हैं यहाँ पर, इन्होंने उसका वीडियो भी बनाया। आप जनता के टैक्स का पैसा इस तरह से लगा रहे हैं जो कि हम ना लगा सकते हैं, ना हमारी आत्मा मानती है। हमें काम करना है, मैं आपको सच बता रही हूँ, और वो काम करना है और जनता तक पहुँचाना है, ना कि सारा टैक्स का पैसा आप मीडिया में लगा लीजिए। वही मोदी जी ने करा। नहीं, मैं आपने दिल्ली की बात पूछी थी और मैंने दिल्ली की बात बताई। और ये आप पंजाब में जीते, राजस्थान में जीते, मध्य प्रदेश में जीते, छत्तीसगढ़ में जीते, तो चारों स्टेटों में भी क्या आपने मीडिया पे पैसा लगाया? 800 करोड़ रुपया दिल्ली ਦਾ ਬਜਟ ਆ ਮੈਮ, ਮੇਰੇ ਖਿਆਲ ਨਾਲ ਮੀਡੀਆ ਦਾ। ਪੰਜਾਬ ਦਾ ਬਜਟ ਤੁਸੀਂ ਸਾਡੇ ਤੋਂ ਜ਼ਿਆਦਾ ਜਾਣਦੇ ਹੋ ਮੀਡੀਆ ਦਾ ਕਿੰਨਾ। पूरी स्टेट का, ਪੂਰੀ ਸਟੇਟ ਦਾ 800 ਕਰੋੜ ਰੁਪਇਆ ਇੱਕ ਦਿੱਲੀ ਵਰਗੀ ਆਪਣਾ ਕੀ ਕਹਿੰਦੇ ਬਜਟ ਆ, ਔਰ ਪੰਜਾਬ ਉਸ ਤੋਂ ਕਿੰਨਾ ਵੱਡਾ ਔਰ ਕਿੰਨਾ ਉਸ ਤਰੀਕੇ ਨਾਲ ਫੈਲਿਆ ਹੋਇਆ। ਔਰ ਮੀਡੀਆ ਚੈਨਲਸ ਦੇ ਵਿੱਚ ਵੀ ਤੁਸੀਂ ਵੇਖੋਗੇ ਬਜਟ ਜਿਹੜਾ ਵਾ ਉਸ ਤੋਂ ਅੱਧੇ ਤੋਂ ਵੀ ਅੱਧਾ। ਸੋ ਇਹ ਫਰਕ ਆ। ਤੁਸੀਂ ਅਸੀਂ ਨਹੀਂ ਕਹਿੰਦੇ ਪ੍ਰਚਾਰ ਜ਼ਰੂਰੀ ਆ, ਔਰ ਸ਼ਾਇਦ ਅਸੀਂ ਇਹਨਾਂ ਤੋਂ ਚੀਜ਼ਾਂ ਤੋਂ ਸਿੱਖ ਕੇ ਸ਼ਾਇਦ ਅਗਰ ਸਾਡੇ 'ਚ ਅਸੀਂ ਕੰਮ ਕੀਤਾ ਸੀ ਤੇ ਕਮੀ ਸੀਗੀ, ਅਸੀਂ ਨਹੀਂ ਦਿਖਾ ਸਕੇ। ਅਗਰ ਉਸ ਚੀਜ਼ ਨੂੰ ਕਮੀ ਨੂੰ ਸੁਧਾਰ ਰਹੇ, ਲੇਕਿਨ ਇਹਨਾਂ ਵਾਂਗੂ ਨੇਰੀ ਨਾਲ ਪੈਸਾ ਨਹੀਂ ਖਰਚਦੇ ਜਿਵੇਂ ਇਹ ਟੋਟਲੀ ਪ੍ਰਚਾਰ ਦੇ ਉੱਤੇ ਖਰਚਦੇ। 24 तुम्हारे मुझसे 524। देखो बजट के नाल नाल बाकी भी एजेंडे आ ना, कल्ला बजट एक एजेंडा नहीं ना, बाकी मैम दस। मैं जो बजट की बात है, हमारा 1 साल का ऑन रिकॉर्ड, जब हम बात ऑन रिकॉर्ड कहते हैं तो आप RTI डाल सकते हैं। 24 करोड़, केजरीवाल सरकार का 524 करोड़। हम जनता को कुछ दें कि हम अपना एडवर्टीजमेंट करें, ये प्रजातंत्र के लिए एक बहुत बड़ा विरोधाभास है। और जनता मीडिया की बात से इतनी प्रभावित होती है कि आज भी उनको केजरीवाल समझ में नहीं आ रहा है। लगता है कि आने वाले समय में कांग्रेस दिल्ली में रिवाइव कर पाएगी। जब ये लोगों को खुद ही एहसास होता है कि मीडिया में कुछ और है, और इसको समय लग जाता है। ये दुर्भाग्य की बात है। आपसे बात साझी कर रही हूँ, मैं राजनीति विज्ञान की स्टूडेंट और टीचर भी रही हूँ यूनिवर्सिटी में। ये आम आदमी पार्टी सरकार के, जो हमारे टाइम की भी दिल्ली सरकार के भी 12 कॉलेज हैं जो दिल्ली विश्वविद्यालय से जुड़े हुए हैं। 12 कॉलेज में 3 बार पिछले 4 साल में तनख्वाहें नहीं दी, पूरा साल ऑन रिकॉर्ड है। और यूनिवर्सिटी का टीचर सड़कों पे घूम रहा है, हर बार कोर्ट जाना पड़ रहा है और उससे तनख्वाहें दिलाई। हेमा कोहली जो आज सुप्रीम कोर्ट की जज हैं, तब हाई कोर्ट में थी, उन्होंने
इनके जो सोमनाथ भारती एजुकेशन मिनिस्टर को झाड़ा है कोर्ट से कि क्यों नहीं दे रहे, तो उन्होंने कहा घपले होते हैं कॉलेजेस में। उनका दिल्ली विश्वविद्यालय की मैं भी स्टूडेंट रही हूँ और टीचर रही हूँ, वो लॉ फैकल्टी से निकली हैं, आपको ये शब्द वापस लेने पड़ेंगे कि घपले हो रहे हैं इसलिए नहीं। तो उन्हीं पैसों को कहीं और लगा रहे हैं, उन्हीं पैसों को मीडिया में लगा रहे हैं। आप सब मिलकर सोचिए, किसी दिन भारत का नागरिक होने के नाते, छोड़ो कौन सत्ता में है कौन नहीं है, क्या मीडिया एक नया अभिशाप, एक नया कैंसर, एक नई मुसीबत जिसमें सच को झूठ और झूठ को सच किया जाता है, ये एक हमने भुगता है दिल्ली में, हमने नहीं खर्चा इस तरह से। वो तो मैं आपको बोल रही हूँ, आप RTI डालिए, तो आप सोचिए कि वहाँ 500 करोड़ जो फालतू डाला जा रहा है,